ਮੈਨੂੰ ਇਸ ਦੀ ਉਰੇ ਦੀ ਬੋਲੀ का ज़्यादा हो सीगा। मैं काफ़ी सारिया ना जड़ियाँ डिक्शनरियाँ शब्दकोश पढ़े हुए थे, उरा की बोली के शब्द उसमें है नहीं थे। मैं क्या ये शब्द गुआच जाएंगे, संभालने चाहिए। हरियाणों नूं टैग का खतरा, टंडियों तो के माता निकला, पिछा सी जा ठंड पड़ी थी, पाले के गल रूढ़ियाँ बड़ियाँ, मारे गौ माँ बूढ़ियाँ बड़ी। कविता तो मैं लिखा पर जुत्तियां तो खड़ा कर लें। हाँ जी, क्योंकि सच लिखे बगैर रहा नहीं जाता हैगा। फिर अगले कहाँ जब जो के करे तने गाम की पट्टी मिस कर दी गई। कबैड़ियाँ की लंडेड़ी, जोधियाँ का जोधुआ, काकियाँ का कक्केपुर, कामियाँ की कमेड़ी, बिल्लियाँ का बलबेड़ा, मर्दा की मरदड़ी, डाकुओं का डकाला। कुंबड़े की जुत्ती नालों नंगा ठीक आ, पटियाली की मसिंगरी नालों डंडा ठीक आ, बांगर की तीमी नालों रंडा ठीक आ। और ਸਵਾਗਤ ਹੈ ਦੋਸਤੋ, ਤੁਸੀਂ ਜੁੜੇ ਹੋ ਘੁਮਾਣ ਰੇਡੀਓ ਦੇ ਨਾਲ ਤੇ ਅਸੀਂ ਖੜੇ ਹਾਂ ਬਾਰਡਰ ਦੇ ਉੱਤੇ। ਬਾਰਡਰ ਏਰੀਆ ਉਹ ਏਰੀਆ ਜਿਹੜਾ ਕਿ ਦੋ ਦੇਸ਼ਾਂ ਦੀ ਹੱਦ ਨੂੰ ਜੋੜਦਾ ਹੈ। ਪਰ ਅੱਜ ਕੱਲ੍ਹ ਜੇਕਰ ਅਸੀਂ ਬਾਰਡਰ ਦੀ ਗੱਲ ਕਰੀਏ ਤਾਂ ਬਾਰਡਰ ਸ਼ਬਦ ਸੁਣ ਕੇ ਸਾਡੇ ਦਿਮਾਗ 'ਚ ਆਉਂਦਾ ਹੈ ਤਿੱਕੜੀ ਬਾਰਡਰ, ਗਾਜੀਪੁਰ ਬਾਰਡਰ ਜਾਂ ਫਿਰ ਸਿੰਘੂ ਬਾਰਡਰ। ਆਵੇ ਵੀ ਕਿਉਂ ਨਾ, ਕਿਉਂਕਿ ਅੱਜ ਕੱਲ੍ਹ ਸਾਡੇ ਦੇਸ਼ ਦੇ ਪੰਜਾਬ ਦੇ ਤਕਰੀਬਨ ਪੰਜਾਬ ਦੇ ਕੀ ਸਾਰੇ ਭਾਰਤ ਦੇ ਹੀ ਕਿਸਾਨ ਬਾਰਡਰਾਂ 'ਤੇ ਬੈਠੇ ਨੇ ਆਪਣੇ ਹੱਕਾਂ ਦੇ ਲਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਗਏ ਨੇ, ਉਹਨਾਂ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਅੱਜ ਕੱਲ੍ਹ ਸਾਡੇ ਕਿਸਾਨ ਬਾਰਡਰਾਂ 'ਤੇ ਡਟੇ ਹੋਏ ਨੇ। ਕਿਉਂਕਿ ਜਿਹੜੇ ਉਹ ਕਾਲੇ ਕਾਨੂੰਨ ਨੇ ਉਹ ਮਾਰੂ ਕਾਨੂੰਨ ਨੇ, ਕਿਸਾਨ ਵਿਰੋਧੀ ਕਾਨੂੰਨ ਨੇ। ਉਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਸਾਡੇ ਕਿਸਾਨ ਪੂਰੇ ਇਕਜੁੱਟ ਹੋ ਕੇ ਬਾਰਡਰਾਂ 'ਤੇ ਡਟੇ ਹੋਏ ਨੇ। ਸਾਡਾ ਵੀ ਹੱਕ ਬਣਦਾ ਹੈ ਕਿ ਅਸੀਂ ਆਪਣੇ ਕਿਸਾਨ ਵੀਰਾਂ ਨਾਲ ਖੜੀਏ ਤੇ ਕਿਸਾਨ ਵੀਰਾਂ ਦਾ ਸਾਥ ਦਈਏ। ਪਰ ਇਸ ਤੋਂ ਪਹਿਲਾਂ ਜਦੋਂ ਅਸੀਂ ਬਾਰਡਰ ਸ਼ਬਦ ਸੁਣਦੇ ਸੀ ਤਾਂ ਸਾਡੇ ਦਿਮਾਗ 'ਚ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਆਉਂਦਾ ਸੀ। ਕਿਉਂਕਿ ਉਦੋਂ 1947 'ਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਭਾਰਤ ਤੇ ਪਾਕਿਸਤਾਨ ਇੱਕ ਬਾਰਡਰ ਬਣਾ ਕੇ, ਵਿਚਾਲੇ ਬਾਰਡਰ ਬਣਾ ਕੇ ਇਹਨੂੰ ਵੰਡ ਦਿੱਤਾ ਗਿਆ। ਤੇ ਉਸ ਤੋਂ ਬਾਅਦ ਜਦੋਂ ਭਾਸ਼ਾ ਦੇ ਆਧਾਰ 'ਤੇ ਦੇਸ਼ ਦੀ ਵੰਡ ਹੋਈ ਤਾਂ ਪੰਜਾਬ ਸੂਬੇ ਨੂੰ ਵੱਖ-ਵੱਖ ਇਲਾਕਿਆਂ 'ਚ ਵੰਡ ਦਿੱਤਾ ਗਿਆ, ਜਿਵੇਂ ਮਾਝਾ, ਮਾਲਵਾ, ਦੁਆਬਾ ਅਤੇ ਪੁਆਧ। ਹੁਣ ਮਾਝਾ, ਮਾਲਵਾ, ਦੁਆਬਾ ਅਸੀਂ ਆਮ ਸੁਣਦੇ ਹਾਂ, ਅਕਸਰ ਗੀਤਾਂ ਦੇ ਵਿੱਚ, ਬੋਲੀਆਂ ਦੇ ਵਿੱਚ ਸੁਣਦੇ ਹਾਂ। ਪਰ ਜਿਹੜਾ ਪੁਆਧ ਹੈ ਉਸ ਏਰੀਏ ਦੀ ਗੱਲ ਬਹੁਤ ਘੱਟ ਕੀਤੀ ਜਾਂਦੀ ਹੈ। ਪੁਆਧ ਏਰੀਏ ਨੂੰ ਬਹੁਤ ਘੱਟ ਲੋਕ ਜਾਣਦੇ ਨੇ, ਪੁਆਧੀ ਭਾਸ਼ਾ ਨੂੰ ਬਹੁਤ ਘੱਟ ਲੋਕ ਜਾਣਦੇ ਨੇ। ਸਾਡਾ ਮਕਸਦ ਹੈ ਕਿ ਅਸੀਂ ਪੁਆਧੀ ਭਾਸ਼ਾ ਨੂੰ, ਕਈ ਵਾਰੀ ਅਸੀਂ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਨੇ, ਪਹਿਲਾਂ ਵੀ ਅਸੀਂ ਤੁਹਾਡੇ ਤੱਕ ਪੁਆਧੀ ਭਾਸ਼ਾ ਦੇ ਲੋਕਾਂ ਨੂੰ, ਪੁਆਧੀ ਭਾਸ਼ਾ ਦੇ ਬੁਲਾਰਿਆਂ ਨੂੰ, ਪੁਆਧੀ ਭਾਸ਼ਾ ਦੇ ਏਰੀਆ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਕੜੀ ਦੇ ਤਹਿਤ ਅਸੀਂ ਅੱਜ ਫੇਰ ਪੁਆਧੀ ਭਾਸ਼ਾ ਦਾ ਇੱਕ ਨਵਾਂ ਰੰਗ, ਨਵਾਂ ਚਿਹਰਾ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਹਾਂ। ਸੋ ਬਾਈ ਜੀ ਦਾ ਨਾਮ ਹੈ ਚਰਨ ਪੁਆਧੀ। ਤੁਸੀਂ ਚਰਨ ਪੁਆਧੀ ਦੀਆਂ ਕਵਿਤਾਵਾਂ ਬਹੁਤ ਸੁਣੀਆਂ ਹੋਣਗੀਆਂ। ਚਰਨ ਪੁਆਧੀ ਜੀ ਦੇ ਬਹੁਤ ਸਾਰੀ ਤੁਸੀਂ ਵੀਡੀਓਜ਼ ਦੇਖੀਆਂ ਹੋਣਗੀਆਂ। ਮਾਰੇ ਪਿੰਡ ਦੀਆਂ ਬੁੜੀਆਂ ਬੜੀਆਂ ਬਾਈ ਜੀ ਦੀ ਕਵਿਤਾ ਬਹੁਤ ਜ਼ਿਆਦਾ ਫੇਮਸ ਹੋਈ ਸੀ। ਤੇ ਉਸ ਤੋਂ ਬਾਅਦ ਬਾਈ ਜੀ ਨੇ ਹੋਰ ਬਹੁਤ ਸਾਰਾ ਲਿਟਰੇਚਰ ਰਚਿਆ। ਬਾਈ ਜੀ ਨੇ ਤਕਰੀਬਨ 40 ਦੇ ਤਕਰੀਬਨ ਕਿਤਾਬਾਂ ਜਿਹੜੀਆਂ ਕਿ ਬਾਈ ਜੀ ਰਚ ਚੁੱਕੇ ਨੇ। ਤੇ ਉਸ ਤੋਂ ਬਿਨਾਂ ਬਾਈ ਜੀ ਇਕੱਲੇ ਹੋਰ ਬਹੁਤ ਜ਼ਿਆਦਾ ਕਲਾ, ਬਹੁਤ ਜ਼ਿਆਦਾ ਗੁਣ ਨੇ ਜੋ ਕਿ ਅੱਜ ਤੁਹਾਨੂੰ ਬਾਈ ਜੀ ਦੇ ਨਾਲ ਰੂਬਰੂ ਹੋ ਕੇ ਪਤਾ ਲੱਗਣਗੇ। ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਬਾਈ ਜੀ ਨੂੰ ਮਿਲਾਉਣਾ। ਤੇ ਚਰਨ ਜੀ ਸਵਾਗਤ ਹੈ ਬਾਈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਚਰਨ ਜੀ, ਅਸੀਂ ਜਾਣਨਾ ਚਾਹਾਂਗੇ ਵੀ ਜਿਹੜਾ ਤੁਹਾਡੇ ਨਾਮ ਨਾਲ ਚਰਨ ਪੁਆਧੀ ਹੈ, ਚਰਨ ਪੁਆਧੀ ਤੁਹਾਡਾ ਨਾਮ ਕਿਵੇਂ ਪਿਆ? हाँ जी, चरण पुआधी पहला मैं ना चरण पपरालवी के गल लिखिया करूँ था जी। हाँ जी, हाँ जी। पहला मैं पंजाबी दे विच काफ़ी कुछ लिख रहा जी। 7 तो शायरी की किताबां लिखी है जी, 2 बोलियां की किताबां लिखियाँ, ठीक है जी, ठीक है। और काफ़ी सारे गीत इकट्ठे करे। 8-10 किताबां तो मैं कोई बब्बू मान के गीत इकट्ठे करे पे हाँ, कई गुरदास मान के गीत इकट्ठे करे पे हाँ। इस तरह की किताबां छपाइयाँ। एक नॉवल भी लिखिया
उसके बाद जब हमें मालवे ते ज़मीन बेच के उरा पौधमा आ गए, उरा की बोली का डिस्टेंस लग गया मैनू। मैं क्या भी इस बोली नूं चकना चाहिए। हाँ जी, फिर पता चलिया कई सालों के बाद भी इस बोली नूं पौधी कहाँ। फिर मैं अपना पहला मैं पपराली में रहा करूँगा, उत्थे चरण पपराली नाम होया करे था। फिर मैंने जी अपना नाम चरण पौधी रख लिया जी, पौध के नाम पर पौधी रख लिया जी, इस तरह मेरा नाम पिया जी। ਮਤਲਬ ਕਿ ਬਾਈ ਜੀ ਪਹਿਲਾਂ ਤੁਹਾਡਾ ਨਾਮ ਚਰਨ ਪਪਰਾਲ ਵੀ ਹੁੰਦਾ ਸੀ ਤੇ ਉਸ ਤੋਂ ਬਾਅਦ ਤੁਸੀਂ ਚਰਨ ਪੁਆਧੀ ਰੱਖਿਆ। हाँ जी, हाँ जी। ਤੇ ਬਾਈ ਜੀ ਤੁਸੀਂ ਚਰਨ ਪੁਆਧੀ ਨਾਮ ਨਾਲ ਜੋੜਨ ਦਾ ਵੱਡਾ ਕਾਰਨ ਕੀ ਸੀ ਕਿ ਤੁਸੀਂ ਆਪਣੇ ਨਾਮ ਦੇ ਨਾਲ ਪੁਆਧੀ ਜੋੜਿਆ ਜੀ? ਮੈਨੂੰ ਇਸ ਦੀ ਉਰੇ ਦੀ ਬੋਲੀ ਦਾ ਜ਼ਿਆਦਾ ਹੋ ਸੀਗਾ। ਮੈਂ ਕਾਫੀ ਸਾਰੀਆਂ ਨਾ ਜਿਹੜੀਆਂ ਡਿਕਸ਼ਨਰੀਆਂ ਸ਼ਬਦਕੋਸ਼ ਪੜ੍ਹੇ ਹੋਏ ਤੇ ਉਰਾ ਕੀ ਬੋਲੀ ਕੇ ਸ਼ਬਦ ਉਸਮਾ ਹੈ नहीं थे। मैं क्या ये शब्द गुआच जाएंगे, संभालने चाहिए। जिस तरह गैल गैल हुआ, मारे थारे, इतरा उतरा, इतरा के शब्द मैं क्या इन्हों संभालना चाहिए भी इसनों अपनी कविता में यूज करो। कविता में यूज करके फिर मैं संभालने की कोशिश करी इसमें। ਮਤਲਬ ਕਿ ਪੁਆਧ ਏਰੀਏ ਤੇ ਪੁਆਧੀ ਭਾਸ਼ਾ ਨਾਲ ਤੁਹਾਡਾ ਇੰਨਾ ਦਿਲੀ ਪ੍ਰੇਮ ਹੈ ਕਿ ਤੁਸੀਂ ਉਸ ਭਾਸ਼ਾ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਹੈ, ਉਸ ਭਾਸ਼ਾ ਨੂੰ ਉੱਪਰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਬਾਈ ਜੀ ਜੇ ਅਸੀਂ ਜਾਣਨਾ ਚਾਹੀਏ ਕਿ ਜਿਹੜਾ ਪੁਆਧ ਸ਼ਬਦ ਹੈ, ਜਿਵੇਂ ਮਾਝਾ, ਮਾਲਵਾ, ਦੁਆਬਾ ਤਾਂ ਪੰਜਾਬ ਦੇ ਵਿੱਚ ਆਮ ਜਾਣੇ ਜਾਂਦੇ ਨੇ। ਦੁਆਬਾ ਆਪਾਂ ਦੋ ਆਬ ਮਤਲਬ ਕਿ ਦੋ ਦਰਿਆਵਾਂ ਦੇ ਵਿਚਕਾਰ ਦੀ ਧਰਤੀ ਨੂੰ ਕਹਿ ਦਿੰਦੇ ਆ। ਇਸੇ ਤਰ੍ਹਾਂ ਜਿਹੜਾ ਪੁਆਧ ਸ਼ਬਦ ਹੈ ਉਹਦਾ ਅਰਥ ਕੀ ਹੈ? ਇਸ ਤਰ੍ਹਾਂ ਜੀ, ਜਿਸ ਤਰ੍ਹਾਂ ਕਿ ਮਾਝਾ, ਦੁਆਬਾ, ਮਾਲਵਾ, ਮਾਲਵੇ ਨੂੰ ਤਾਂ ਮਾਲਵਾ ਕਿਹਾ ਜਾਏ ਤਾਂ ਇੱਧਰ ਦੇ ਇਲਾਕੇ ਨੂੰ ਮਾਲਵਾ 2 ਕਿਹਾ ਜਾਏ ਤਾਂ। ਹਾਂਜੀ ਹਾਂਜੀ। ਫਿਰ ਜਿਹੜੇ ਇੱਧਰ ਕੇ ਲੋਕ ਤੇ ਪੁਆਧੀ ਲੋਕ ਤੇ ਉਹਨਾਂ ਨੂੰ ਥੋੜ੍ਹਾ ਜਿਹਾ ਆਇਆ ਵੀ ਇਸ ਪੁਆਧੀ ਬੋਲੀ ਨੂੰ ਆਪਾਂ ਉਹ ਕਰੀਏ, ਪੁਆਧੀ ਇਲਾਕੇ ਦੀ ਪਛਾਣ ਬਣੇ। ਕੁਛ ਬਲਬੀਰ ਸੰਧੂ ਵਰਗੇ, ਮਨਮੋਹਨ ਸਿੰਘ ਦਾਊ ਵਰਗੇ ਤੇ ਗੁਰਮੀਤ ਬੈਦਵਾਨ ਵਰਗੇ, ਧਰਮ ਸਿੰਘ ਭਾਂਖਰਪੁਰ ਹੋ ਗਿਆ, ਇਹਨਾਂ ਨੇ ਥੋੜ੍ਹਾ ਜਿਹਾ ਉਪਰਾਲਾ ਕਰਿਆ। ਸਮਝੇ ਇਹਨਾਂ ਦੇ ਪੁਆਧੀ ਪੰਜਾਬੀ ਸੱਥ ਬਣਾਈ ਮੋਹਾਲੀ ਮਾਂ। ਠੀਕ ਹੈ ਜੀ। ਉਸਕੇ ਤਲੇ ਉਹਨਾਂ ਨੇ ਕੰਮ ਕਰਕੇ ਲੋਕਾਂ ਨੂੰ ਪਛਾਣ ਬਣਾਈ, ਥੋੜ੍ਹੀ ਜਿਹੀ ਪਛਾਣ ਬਣੀ ਵੀ ਸਮਝ ਵੀ ਪੁਆਧੀ ਬੋਲੀ ਵੀ ਹੈਗੀ ਆ ਕੁਛ। ਹਾਂਜੀ ਹਾਂ। ਨਹੀਂ ਬਾਈ ਜੀ ਮੇਰਾ ਸਵਾਲ ਮਤਲਬ ਇੱਥੇ ਕੋ ਫੇਰ ਖੜਾ ਹੈ ਕਿ ਪੁਆਧੀ ਜਿਹੜਾ ਸ਼ਬਦ ਹੈ ਅਸਲ 'ਚ ਉਹਦਾ ਅਰਥ ਕੀ ਹੈ? ਉਹ ਪੁਆਧੀ ਸ਼ਬਦ ਕਿਵੇਂ ਬਣਿਆ? ਮੈਂ ਉਹੀ ਗਾਂ ਦੱਸਣਾ ਚਾਹੁੰਦਾ ਸੀਗਾ ਵੀ ਉਹ ਜਦ ਸੱਥ ਬਣਾਈ, ਉਹ ਸੱਥ ਦਾ ਮਤਲਬ ਸੀਗਾ ਵੀ ਜਿਹੜਾ ਮਾਲਵੇ ਦਾ ਜਿਹੜਾ ਪੂਰਬੀ ਅੱਧਾ, ਉਹ ਮਾਲਵਾ 2 ਨਹੀਂ ਹੈਗਾ, ਉਹ ਹੈਗਾ ਪੁਆਧ। पूर्वी अध मालवे का पूर्वी अध तो पुआध बन गए। हाँ पुआध बन गए जी। हाँ ठीक है जी। इसकी जहाँ की बोली पुआधी आ। ठीक है जी। हाँ जी। ਤੇ ਚਰਨ ਪੁਆਧੀ ਜੀ ਅਸੀਂ ਤੁਹਾਡੀ ਇੱਕ ਕਵਿਤਾ ਸੁਣੀ ਹੈ, ਮਾਰੇ ਪਿੰਡ ਦੀਆਂ ਬੁੜੀਆਂ ਬੜੀਆਂ। ਉਹ ਬਹੁਤ ਜ਼ਿਆਦਾ ਤੁਸੀਂ ਫੇਸਬੁੱਕ ਤੇ YouTube ਤੇ ਅਸੀਂ ਬਹੁਤ ਜ਼ਿਆਦਾ ਦੇਖੀ ਆ ਉਹ। ਤੇ ਉਹ ਕਵਿਤਾ ਲਿਖਣ ਦਾ ਸਬੱਬ ਕਿਵੇਂ ਬਣਿਆ ਜੀ ਤੁਹਾਡਾ? बस इस तरह ही हाँ भी मैं कवितावां तो पहले भी काफ़ी सारियां लिखियां हुई थी। मैं क्या मकबूल नहीं होनी है कवितावां। लोग कहेंगे भी इसमें तो ना पंजाबी लिखनी आवा और ना हरियाणवी लिखनी आवा और ना हिंदी लिखनी आवा। मैं क्या भी कोई यह जी चुरचली सी कविता लिख है जिस गैल लोगों को दिलचस्पी पैदा हो और अपनी पुआधी बोली भी चमक भी। फिर मैं कोई 20-25 कवितावां लिख के मैनू कोई अपनी कविता वधिया नहीं लगी हैगी भी जो मैं कवि दरबारां में पेश करा। फिर मैं सोचा भी जिहड़ी पुआधी बुढ़ियां वाली पाओ, बुढ़ियां पर ज़्यादा हसां, बुढ़ियां पर ज़्यादा हसां, छड़ियां पर ज़्यादा हसां, भी इन्हां चों कोई टॉपिक चक्या जाए। तो बाई जी एक बार फिर मारे पिंड दी बुढ़ियां कविता जरूर हो जाए। हाँ हाँ मैं वो सुना देना। कविता मेरी पेश है जी, मारे गाँव की बुढ़ियां। मारे टॉपिक मारे गाँव की बुढ़ियां, मारे गाँव में बुढ़ियां बड़ियां, जम्मण भोईगल जुड़ियां बड़ियां। जट्टां बेड़े छतने वाली, गाँव के गब्बे सिसने वाली, कुएं पास बलबेड़ो बैठा, मंजा मल सपेड़ो बैठा, घाड़ो रहा लड़ाइयाँ करदी, नैनो भैणा पावी सड़दी, चंगे सुभाव की नकटो छाड़ो, देहा डकालो तड़ियाँ बड़ियाँ, मारे गाँव में बुढ़ियां बड़ियां। खदरों मोटे खुंडे वाली, चीको ऊंचे चुंडे वाली, पूरबणों है कम्मा खादी, है समानो सीधी सादी, जट्टी लंबर बन उड़ीसो, जंगल की खबावा सीसो, चपड़ो गल पा मिट्टी पावा, सीलो मारा फड़ियाँ बड़ियाँ, मारे गाँव में बुढ़ियां बड़ियां। बड़ा टोकरा मेलो चक्का, मैगड़ो गोहा थोड़ा रखा, अग्गा मिल जा बुढ़ी कमेड़ो, गैलो उसके हुआ पनेड़ो, पंदरों के कर अग्गा ठारा, घंटा घंटा बातां मारा, शाहपरो ननियोलो टांडो, पाथियां पत्थां बड़ियां बड़ियां, मारे गाँव में बुढ़ियां बड़ियां। भोनो कर दी बड़ा सनेमा, नाबो का ना घट जलेमा, छोटी च ले लो बड़ी च ले लो, तिनों भैणा गबली गैलो, पड़तों मारा पांडू पोचा, खेड़ो सारियां के सिर बोचा, बारनों के गल पंगा लेका, निकल जहाँ अड़ियाँ बड़ियाँ, मारे गाँव में बुढ़ियां बड़ियां।
ਕਿੰਗਣੋਂ ਵੀ ਚਰਖਾ ਕੱਤਾ, ਟਟਿਆਣੋਂ ਨਾਲ ਲੜਦੀ ਥੱਕਾ, ਸੈਨ ਪਰਵਰ ਜੇਕਰ ਕੀ, ਪੂਸਲੋ ਪੜੀ ਬਿਮਾਰਾ ਪਰ ਕੀ, ਖਮੇੜੋ ਕੁੜੀ ਪਾ ਰੋਟੀ ਖਾਹਾ, ਮਰਦੈੜੋਂ ਨਾ ਕਿਤੇ ਵੀ ਜਾਹਾ, ਚੰਡੀਗੜ੍ਹੋਂ ਪਟਿਆਲੋ ਦੋਵੇਂ, ਸੁਣਿਆ ਲਿਖੀਆਂ ਪੜੀਆਂ ਬੜੀਆਂ, ਮਾਰੇ ਗਊਆਂ ਬੁੜੀਆਂ ਬੜੀਆਂ। ਪੰਖਰੋਂ ਨਹੀਂ ਜਮੀਓ ਦਿਖਦਾ, ਖਰਕੋਂ ਨੂੰ ਵੀ ਉੱਚਾ ਸੁਣਦਾ, ਮਰੋੜੋ ਵੀ ਡਗ ਡਗ ਹੱਲਾ, ਪੈਰਕੜੀ ਸਨੌਰੋ ਚੱਲਾ, ਪਪਰਿਆਲੋਂ ਨੂੰ ਟੈਕ ਕਾ ਖਤਰਾ, ਟੰਡਿਓ ਤੋਂ ਕੇ ਮਾਤਾ ਨਿਕਲਾ, ਪਿੱਛਾ ਸੀ ਜਾਂ ਠੰਡ ਪੜੀ ਤੀ, ਪਾਲੇ ਕੇ ਗਲ ਰੂੜੀਆਂ ਬੜੀਆਂ, ਮਾਰੇ ਗਊਆਂ ਬੁੜੀਆਂ ਬੜੀਆਂ। ਕਾਂ ਕਾ ਕਰਦੀ ਰੱਖ ਕਰਿਆਲੋ, ਆਕੜ ਰੱਖਾ ਫੁੱਲ ਨਿਆਲੋ, ਬੁਰਾ ਸੁਣੇ ਨਾ ਕਹੇ ਦਿਓਰੋ, ਰੋਂਡ ਪਿੱਟਦੀ ਰਾਹ ਘਿਓਰੋ, ਢਾਹੋ ਬੁੜੀ ਬੜੀ ਚਲਾਕਣਾ, ਹੈ ਬਾਲ ਦੋ ਬੜੀ ਲੜਾਕਣਾ, ਢਾਲੇ ਟੱਪੇ ਅੰਧ ਵਿਸਵਾਸਾਂ, ਆਲੀ ਗਾਰਮਾਂ ਗੁੜੀਆਂ ਬੜੀਆਂ, ਮਾਰੇ ਗਊਆਂ ਬੁੜੀਆਂ ਬੜੀਆਂ। ਟੋਡਿਆਂ ਕੀ ਨੂੰ ਕਹਾਂ ਪੰਜਾਬਣਾ, ਗੜ ਸ਼ੰਕਰ ਕੀ ਇੱਕ ਦੁਆਬਣਾ, ਮਿੱਡਿਆਂ ਕੀ ਇੱਕ ਬੁੜੀ ਨਪਾਲੋ, ਡੂਚਨ ਕੇ ਘਰ ਆਲੀ ਬੰਗਾਲੋ, ਜਿਵੇਂ ਚਮਾਸਿਆਂ ਕੇ ਵਿੱਚ ਰੋਵਾਂ, ਬਾਂਗਰੋਆਂ ਕਾ ਅੱਧਾ ਗਊਆਂ, ਜਦ ਮੈਂ ਕਵਿਤਾ ਪੇਸ਼ ਕਰੀ ਤੋ, ਮੇਰੇ ਗੈਲ ਸਭ ਲੜੀਆਂ ਬੜੀਆਂ, ਮਾਰੇ ਗਊਆਂ ਬੁੜੀਆਂ ਬੜੀਆਂ। ਬਾਈ ਜੀ ਇਹ ਗੱਲ ਸੱਚੀ ਵੀ ਲੱਗਦੀ ਹੈ ਸੁਣ ਕੇ ਕਿ ਸ਼ਾਇਦ ਬਾਈ ਜੀ ਨੇ ਐਂਡ 'ਚ ਦੱਸਿਆ, ਚਰਨ ਜੀ ਨੇ, ਕਿ ਜਦ ਮੈਂ ਕਵਿਤਾ ਪੇਸ਼ ਕਰੀ ਤੋ ਮੇਰੇ ਗੱਲ ਸਭ ਲੜੀਆਂ ਬੜੀਆਂ। ਬਾਈ ਜੀ ਇਹ ਗੱਲ ਸੱਚੀ ਹੈ ਵੀ ਸੱਚੀ ਤੁਹਾਡੇ ਪਿੰਡ ਦੀਆਂ ਬੁੜੀਆਂ ਤੇ ਹੀ ਲਿਖੀ ਗਈ ਹੈ ਕਵਿਤਾ, ਜਾਂ ਇੱਕ ਤੁਹਾਡੀ ਇਹ ਕਲਪਨਾ ਸੀ? ਨਹੀਂ ਜੀ, ਕਵੀ ਦੀ ਤਾਂ ਹਮੇਸ਼ਾ ਕਲਪਨਾ ਹੁੰਦੀ ਹੈ ਜ਼ਿਆਦਾਤਰ ਤੋਂ, ਵੀ ਕਈ ਵਾਰ ਤਾਂ ਸੱਚ ਵੀ ਲਿਖਦੇ ਹਾਂ ਵੀ ਸਮਝ ਬੁੜੀਆਂ ਵਾਲਾ ਪ੍ਰੋਗਰਾਮ ਤਾਂ ਪਿੰਡ ਕਾ ਪ੍ਰੋਗਰਾਮ ਸੀਗਾ, ਗਾँव ਕੀ ਇੱਜ਼ਤ ਕਾ ਸਵਾਲ ਤਾਂ, ਵੀ ਆਪਾਂ ਇਹ ਸੱਚ ਲਿਖ ਨਹੀਂ ਸਕਦੇ ਤੇ, ਇਸ ਕਰਕੇ ਮੈਂ ਬੁੜੀਆਂ ਉਹ ਲਿਖੀਆਂ ਵੀ ਜਿਹੜੀਆਂ ਮੇਰੇ ਗਾँव ਕੀਆਂ ਨਹੀਂ। ਅੱਛਾ, ਹਾਂਜੀ ਹਾਂਜੀ ਹਾਂ। ਮਤਲਬ ਕਿ ਜਿਹੜੇ ਨਾਂ ਬਾਈ ਜੀ ਨੇ ਕਹਿੰਦੇ ਵੀ ਜਿਹੜੇ ਨਾਂ ਇਹਦੇ ਵਿੱਚ ਲਿੱਤੇ ਨੇ, ਇਹਨਾਂ 'ਚ ਅਸਲ 'ਚ ਪਿੰਡ 'ਚ ਕੋਈ ਵੀ ਬੁੜੀ ਨਹੀਂ ਹੈਗੀ, ਪਰ ਬਾਈ ਦੀ ਕਲਪਨਾ ਦੀ ਉਡਾਰੀ ਦੇਖੋ, ਬਾਈ ਨੇ ਸੱਚੀ ਅਮੇਜ਼ਿੰਗ, ਇੰਨੀ ਜ਼ਿਆਦਾ ਕਲਪਨਾ ਦੀ ਉਡਾਰੀ ਉੱਚੀ ਹੈ ਕਿ ਉਹ ਸਾਰੀਆਂ ਬੁੜੀਆਂ ਦੇ ਲੱਛਣ ਵੀ ਦੱਸਦੇ ਤੇ ਨਾ ਵੀ ਕਿਸੇ। ਤੁਸੀਂ ਹੁਣ ਇਹ ਮਾਰੇ ਪਿੰਡ ਦੀਆਂ ਬੁੜੀਆਂ ਇਹੋ ਜੀ ਕਵਿਤਾ ਪੇਸ਼ ਕੀਤੀ ਹੈ, ਤੇ ਹੋਰ ਵੀ ਤੁਸੀਂ ਬਹੁਤ ਸਾਰਾ ਲਿਟਰੇਚਰ ਲਿਖਿਆ ਹੋਣਾ ਜੀ, ਹੋਰ ਕੀ ਲਿਖਿਆ ਹੋਇਆ ਜੀ ਤੁਸੀਂ? मैं जी कवितावां के अलावा कविछरी लिखी हुई है पुआधी के बिच माँ, और पुआधी दोड़े लिखे हुए हैं, पुआधी गज़लां लिखिया हुई, मिनी कहानियाँ लिखिया हुई ने, पुआधी बोलियाँ लिखिया हुई, पुआधी शेर लिखे हुए हैं, इस तरह की काफ़ी बंदगियाँ लिखी हुई। मैं 35 चिट्ठे तो समझे सूरमियाँ के ऊपर लिखे भी हैं। हाँ जी, टोटल मेरे को घट्टो घट्ट 25-30 किताबां तो पुआधी कियाँ का मेरे पास मैटर पढ़िया जी, जो हले छपिया नहीं है। हाँ जी, ਮਤਲਬ ਤੁਸੀਂ 25-30 ਕਿਤਾਬਾਂ ਦਾ ਜੋ ਮੈਟਰ ਹੈ, ਮਟੀਰੀਅਲ ਹੈ, ਉਹ ਇਕੱਠਾ ਕਰੀ ਬੈਠੇ ਹੋ, ਪਰ ਅੱਜ ਤੱਕ ਉਹ ਛਪ ਕੇ ਰਿਲੀਜ਼ ਨਹੀਂ ਹੋ ਸਕਿਆ। ਨਹੀਂ, ਕੀ ਕਾਰਨ ਰਹੇ ਚਰਨ ਜੀ ਕਿ ਤੁਸੀਂ ਉਹ ਕਿਤਾਬਾਂ ਛਪਾ ਨਹੀਂ ਸਕੇ, ਜਾਂ ਫਿਰ ਉਹ ਕਿਤਾਬਾਂ ਅੱਜ ਤੱਕ ਲੋਕਾਂ ਦੇ ਸਾਹਮਣੇ ਆ ਨਹੀਂ ਸਕੀਆਂ? ਜਦੋਂ ਤੁਸੀਂ ਇੰਨੀਆਂ ਚੰਗੀਆਂ ਕਵਿਤਾਵਾਂ ਲਿਖਦੇ ਹੋ, ਇੰਨੀਆਂ ਚੰਗੀਆਂ ਵਧੀਆ ਕਵਿਤਾਵਾਂ ਲਿਖਦੇ ਹੋ, ਤੁਸੀਂ ਇੱਕ ਉਪਭਾਸ਼ਾ ਦੀ ਸੇਵਾ ਕਰ ਰਹੇ ਹੋ, ਇੱਕ ਉਪਭਾਸ਼ਾ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਹੋ, ਤੇ ਫਿਰ ਕਾਰਨ ਕੀ ਰਹੇ ਕਿ ਤੁਸੀਂ ਉਹ ਕਿਤਾਬਾਂ ਛਪਵਾ ਨਹੀਂ ਸਕੇ? ਇੱਕ ਤਾਂ ਜੀ ਜਿਹੜਾ ਪ੍ਰਕਾਸ਼ਕ ਆ ਇਸ ਬੋਲੀ ਨੂੰ ਫੜਦਾ ਨਹੀਂ ਹੈਗਾ ਛੇਤੀ ਕਰਕੇ, ਵੀ ਜੋ ਤੋਂ ਨਾ ਪੰਜਾਬੀ ਮਾਂ ਔਰ ਜੇ ਨਾ ਹਿੰਦੀ ਮਾਂ, ਇਸ ਕਰਕੇ ਪੁਆਧੀ ਬੋਲੀ ਨੂੰ ਪਕੜਦਾ ਨਹੀਂ, ਇਸ ਕੀ ਪਕੜ ਨਹੀਂ ਕਰਦਾ ਹੈਗਾ। 2 ਨੰਬਰ 'ਤੇ ਮੇਰੇ ਪਾਸ ਖੁਦ का ਪੈਸਾ ਨਹੀਂ ਹੈਗਾ ਵੀ ਮੈਂ ਪੈਸਾ ਆਪ ਖਰਚ ਕੇ ਇਹ ਕੰਮ ਕਰ ਸਕਾਂ, ਇਸ ਕਰਕੇ ਉਹ ਰਹੀਆਂ ਹੋਈਆਂ। ਹਾਂਜੀ, ਇੱਕ ਕਾਰਨ ਤਾਂ ਹੈਗਾ ਕਿ ਜਦੋਂ ਜੋ ਵੀ ਤੁਸੀਂ ਲਿਟਰੇਚਰ ਛਾਪਿਆ, ਜੋ ਵੀ ਤੁਸੀਂ ਲਿਖਿਆ, ਅੱਜ ਤੱਕ ਉਹ ਕਿਸੇ ਪ੍ਰਕਾਸ਼ਕ ਨੇ ਜਾਂ ਫਿਰ ਕਿਸੇ ਸੰਸਥਾ ਨੇ ਉਹਨੂੰ ਭਾਸ਼ਾ ਮੰਨਣ ਤੋਂ ਹੀ ਇਨਕਾਰ ਕਰਤਾ। ਕਰਿਆ ਹੋਇਆ ਜੀ। ਹਾਂ ਹਾਂਜੀ, ਤੁਹਾਡੇ ਮੁਤਾਬਕ ਕੀ ਇਹ ਜਿਹੜੀ ਪੁਆਧੀ ਭਾਸ਼ਾ ਆ, ਉਪਭਾਸ਼ਾ ਪੰਜਾਬੀ ਦੀ ਭਾਸ਼ਾ ਆ, ਕਿ ਇਹਨੂੰ ਮਤਲਬ ਕਿ ਇਹਨੂੰ ਬਣਦਾ ਦਰਜਾ ਮਿਲ ਨਹੀਂ ਰਿਹਾ? नहीं मिल नहीं रहा जी, जो बनता दर्जा इसका ना वो नहीं मिल रहा इसमें। हाँ जी हाँ, ਅਸਲ 'ਚ ਜੋ ਪੁਆਧੀ ਭਾਸ਼ਾ ਆ ਪੰਜਾਬ ਦੀ, ਜਿਵੇਂ ਮਾਝਾ, ਮਾਲਵਾ, ਦੁਆਬਾ 3 ਏਰੀਏ ਨੇ, ਮਾਝੀ ਭਾਸ਼ਾ, ਮਲਵਈ ਭਾਸ਼ਾ ਤੇ ਦੁਆਬੀ ਭਾਸ਼ਾ ਆ, ਇਸੇ ਤਰ੍ਹਾਂ ਪੁਆਧੀ ਵੀ ਇੱਕ ਪੁਆਧ ਦੇ ਏਰੀਏ ਦੀ ਭਾਸ਼ਾ ਹੈ। ਪਰ ਉਹਨਾਂ ਭਾਸ਼ਾਵਾਂ ਨੂੰ ਜਿਵੇਂ ਲੋਕਾਂ ਨੇ ਪ੍ਰਵਾਨਗੀ ਦਿੱਤੀ ਆ, ਪੁਆਧੀ ਭਾਸ਼ਾ ਨੂੰ ਇਸ ਤਰ੍ਹਾਂ ਪ੍ਰਵਾਨਗੀ ਨਹੀਂ ਮਿਲੀ। ਤੇ ਨਾਲ ਇਸ ਗੱਲ ਦਾ ਵੀ ਦੁੱਖ ਹੈ ਕਿ ਚਰਨ ਜੀ ਨੇ ਇੰਨੀਆਂ ਸਾਰੀਆਂ ਕਿਤਾਬਾਂ, ਇੰਨਾ ਸਾਰਾ ਲਿਟਰੇਚਰ ਲਿਖਿਆ, ਜੇਕਰ ਇਹ ਕਿਸੇ ਸੰਸਥਾ ਕੋਲੇ ਜਾਂਦੇ ਨੇ ਜਾਂ ਫਿਰ ਜੇ ਕਿਸੇ ਪ੍ਰਕਾਸ਼ਕ ਕੋਲੇ ਜਾਂਦੇ ਨੇ, ਉਹ ਪ੍ਰਕਾਸ਼ਕ ਪੰਜਾਬੀ ਦੇ ਇਸ ਉਪਭਾਸ਼ਾ ਪੁਆਧੀ ਨੂੰ ਭਾਸ਼ਾ ਮੰਨਣ ਤੋਂ ਹੀ ਇਨਕਾਰ ਕਰ ਦਿੰਦਾ। ਤੇ ਆਰਥਿਕ ਤੰਗੀਆਂ ਦੇ ਕਰਕੇ ਚਰਨ ਕੋਲ ਇੰਨੀ ਪਰੋਖੋ ਨਹੀਂ ਬਣਦੀ ਕਿ ਇਹ ਆਪਣੇ ਪੈਸੇ ਦੇ ਜ਼ੋਰ 'ਤੇ ਆਪਣੀਆਂ ਕਿਤਾਬਾਂ ਨੂੰ ਛਪਾ ਸਕਣ।
ਹਾਂਜੀ ਹਾਂਜੀ ਇਸ ਗੱਲ ਨੂੰ ਕਿੰਨਾ ਕੁ ਮਹਿਸੂਸ ਕਰਦੇ ਹੋ ਤੁਸੀਂ ਕਿ ਸਾਡੀ ਜਿਹੜੀ ਭਾਸ਼ਾ ਆ ਉਹਨੂੰ ਇਗਨੋਰ ਕੀਤਾ ਜਾਂਦਾ, ਉਸ ਭਾਸ਼ਾ ਨੂੰ ਜਿਹੜੀ ਪੁਆਧੀ ਭਾਸ਼ਾ ਆ ਉਸ ਭਾਸ਼ਾ ਨੂੰ ਬਣਦਾ ਦਰਜਾ ਨਹੀਂ ਮਿਲਦਾ, ਅਤੇ ਉੱਤੋਂ ਜਿਹੜੀਆਂ ਸਰਕਾਰਾਂ ਜਾਂ ਫਿਰ ਜਿਹੜੀਆਂ ਸੰਸਥਾਵਾਂ ਨੇ, ਕੀ ਕਦੇ ਤੁਹਾਡੀ ਕਿਸੇ ਸੰਸਥਾ ਨੇ ਬਾਂਹ ਫੜੀ ਹੈ, ਕਿਸੇ ਸੰਸਥਾ ਨੇ ਤੁਹਾਨੂੰ ਉੱਪਰ ਆਉਣ ਲਈ ਤੁਹਾਡੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ? नहीं हाले तक तो किसी संस्था ने इतना समझ कोई सहयोग दिया नहीं हैगा। छोटे छोटे चैनलों ने काफ़ी सारे ने भी समझ जिस तरह अपने वाला चैनल हो गया ਜਾਂ ਹੋਰ ਕਈ ਚੈਨਲ ਨੇ ਉਹਨਾਂ ਨੇ ਤਾਂ ਆਪਣੀ ਵੀਡੀਓ ਤਿਆਰ ਕਰੀ ਵੀ ਹੈ ਇਸ ਮਾਂ ਪੁਆਧੀ ਭਾਸ਼ਾ ਮਾਂ। ਹੋਰ ਕੋਈ ਬੜੀ ਸੰਸਥਾ ਨੇ ਕਿਸੇ ਨੇ ਸਹਿਯੋਗ ਨਹੀਂ ਦਿਆ ਹੈਗਾ ਇਸ ਨੂੰ। ਹਾਂਜੀ ਉਹ ਇੱਕਾ ਦੁੱਕਾ ਕਦੀ ਸਾਲ 2 ਸਾਲਾਂ ਬਾਅਦ ਪੁਆਧੀ ਪੰਜਾਬੀ ਯੂਨੀਵਰਸਿਟੀ ਵਾਲੇ ਪ੍ਰੋਗਰਾਮ ਕਰਾ ਦਿੰਦੇ ਆ ਇਸਕਾ ਪੁਆਧੀ ਦਾ ਜੀ। ਹਾਂਜੀ ਕੀ ਤੁਹਾਡੇ ਜਦੋਂ ਤੁਹਾਨੂੰ ਉੱਥੇ ਬੁਲਾਇਆ ਜਾਂਦਾ, ਉੱਥੇ ਪ੍ਰੋਗਰਾਮਾਂ ਦੇ ਵਿੱਚ ਬੁਲਾਇਆ ਜਾਂਦਾ, ਉੱਥੇ ਜਾਣ ਤੋਂ ਬਾਅਦ ਵੀ ਤੁਹਾਨੂੰ ਮਹਿਸੂਸ ਨਹੀਂ ਹੁੰਦੀ ਇਹ ਗੱਲ ਕਿ ਸਾਡੀ ਭਾਸ਼ਾ ਦੀ ਪੁੱਛ ਹੋਣ ਲੱਗ ਪਈ, ਸਾਡੀ ਭਾਸ਼ਾ ਨੂੰ ਯੂਨੀਵਰਸਿਟੀਆਂ ਦੇ ਵਿੱਚ ਮੰਨਣ ਲੱਗ ਪਏ, ਲੋਕ ਪ੍ਰੋਫੈਸਰ ਮੰਨਣ ਲੱਗ ਪਏ ਕਿ ਸਾਡੀ ਭਾਸ਼ਾ ਦਾ ਕਿਤੇ ਨਾ ਕਿਤੇ ਸਾਡੀ ਭਾਸ਼ਾ ਆਪਣੇ ਸਿਖਰਾਂ ਨੂੰ ਛੂਹਣ ਲੱਗ ਪਈ ਹੈ? हाँ जी थोड़ा थोड़ा लगन लग जाता कई बार ना। जो बच्चे हैं उत्थे पढ़ते हैं ਉਹ ਹੰਗਾਰਾ ਦਿੰਦੇ ਆ। बड़े ਜਿਹੜੇ अफसर आ जो प्रिंसीपल आ जो पढ़ाने वाले उत्थे ਉਹ ਹੰਗਾਰਾ ਦਿੰਦੇ ਆ। ਫਿਰ ਤੋਂ ਲੱਗਣ ਲੱਗ ਜਾ ਵੀ ਜ਼ਰੂਰ ਸਮਝੇ ਦੀ ਕੀ ਪੁੱਛ ਆਉਣ ਲੱਗ ਗਈ ਜੀ। ਹਾਂਜੀ ਜਿਵੇਂ ਚਰਨਜੀਤ ਤੁਸੀਂ ਸ਼ੁਰੂ ਦੇ ਵਿੱਚ ਦੱਸਿਆ ਕਿ ਤੁਸੀਂ ਕੁਝ ਕੁ ਕਿਤਾਬਾਂ ਛਪਵਾਈਆਂ ਨੇ, ਜਿਹੜੀਆਂ ਉਹ ਕਿਤਾਬਾਂ ਛਪਵਾਈਆਂ ਨੇ ਤੁਸੀਂ ਕਦੀ ਉਹ ਕਿਤਾਬਾਂ ਤੁਸੀਂ ਕਿਸੇ ਸੰਸਥਾ ਕੋਲੇ ਕਿਸੇ ਬੋਰਡ ਕੋਲੇ ਲੈ ਕੇ ਗਏ ਹੋ ਕਿ ਉਹਨਾਂ ਕਿਤਾਬਾਂ ਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਵੇ ਤਾਂ ਕਿ ਸਾਡੀ ਭਾਸ਼ਾ ਜਿਹੜੀ ਪੁਆਧੀ ਭਾਸ਼ਾ ਆ ਉਸ ਭਾਸ਼ਾ ਨੂੰ ਉੱਪਰ ਚੱਕਿਆ ਜਾ ਸਕੇ, ਤਾਂ ਕਿ ਬੱਚਿਆਂ ਤੱਕ ਪਹੁੰਚਾਇਆ ਜਾ ਸਕੇ ਕਿ ਕੱਲ੍ਹ ਨੂੰ ਆਉਣ ਵਾਲੇ ਜਵਾਕ ਨੇ ਜਿਹੜੇ ਬੱਚੇ ਨੇ ਉਹਨਾਂ ਨੂੰ ਪੁਆਧੀ ਭਾਸ਼ਾ ਦੀ ਅਹਿਮੀਅਤ ਪਤਾ ਲੱਗ ਸਕੇ? हाँ जी ਇਹਦੇ ਬਾਰੇ ਮੈਂ ਨਾ ਸਮਝ ਸ਼ਬਦਕੋਸ਼ ਵੀ ਇਕੱਠਾ ਕਰ ਰੱਖਿਆ ਔਰ ਬੱਚਿਆਂ ਕੇ ਲੈਵਲ ਦੀਆਂ ਕਿਤਾਬਾਂ ਵੀ ਲਿਖੀਆਂ ਹੋਈਆਂ ਨੇ ਕਾਫੀ ਸਾਰੀਆਂ। ਮੇਰੇ ਖਿਆਲ 10-20 ਕੇ ਕਰੀਬ ਮੇਰੀਆਂ ਪੁਆਧੀ ਦੇ ਵਿੱਚ ਕਵਿਤਾਵਾਂ ਲਿਖੀਆਂ ਹੋਈਆਂ। 3 ਤੋਂ ਪੁਆਧੀ ਕੇ ਕਾਇਦੇ ਤਿਆਰ ਕਰੇ ਵੀ ਆ ਮੇਰੇ। हाँ जी अच्छा जी हाँ 3 ਪੁਆਧੀ ਕੇ ਕਾਇਦੇ, ਬਾਕੀ ਬੱਚਿਆਂ ਦੀਆਂ ਕਿਤਾਬਾਂ ਛਾਪੀਆਂ ਹੋਈਆਂ ਵੀ ਜੋ ਪੁਆਧੀ ਬੱਚੇ ਆ ਉਹਨਾਂ ਪਰ ਹਿੰਦੀ का भी ਗਲਬਾ ਚੜਿਆ ਹੋਇਆ, ਬਾਂਗਰੂ का ਔਰ ਪੰਜਾਬੀ का ਚੜਿਆ ਹੋਇਆ। ਉਹਨਾਂ ਨੂੰ ਸਮਝ ਕੋਈ ਕਵਿਤਾਵਾਂ ਕਹਾਣੀਆਂ ਯਾਦ ਕਰਨੀਆਂ ਸੌਖੀਆਂ ਹੋ ਜਾਣ ਜੀ, ਉਹ ਮੈਂ ਲਿਖ ਰੱਖਿਆ ਜੀ। ਹਾਂਜੀ ਕੋਈ ਸਾਨੂੰ ਇਹੋ ਜਿਹੀ ਕਿਤਾਬ ਜਾਂ ਕੋਈ ਇਹੋ ਜਿਹੀ ਤੁਸੀਂ ਕਿਤਾਬ ਦਿਖਾ ਸਕਦੇ ਹੋ ਜਿਹਦੇ ਵਿੱਚ ਤੁਸੀਂ ਬੱਚਿਆਂ ਦੀਆਂ ਕਵਿਤਾਵਾਂ ਜਾਂ ਕਹਾਣੀਆਂ ਲਿਖੀਆਂ ਹੋਣ? ਸਾਨੂੰ ਇਹੋ ਜਿਹੀ ਕੋਈ ਕਿਤਾਬ ਹੈ ਤੁਹਾਡੇ ਕੋਲੇ ਜੋ ਇਸ ਟਾਈਮ ਸਾਨੂੰ ਦਰਸ਼ਕਾਂ ਨੂੰ ਦਿਖਾ ਸਕੀਏ? ਜੀ ਹੈਗੀ ਆ ਯਾਰ ਇੱਕ ਵਾਰ ਕੀ ਬਾਤ ਆ। ਹਾਂਜੀ ਪੁਆਧੀ बाल काव्य कहानियाँ लिखी हुई हैं इसमें। हाँ जिस तरह इसमें सिलेबस में लगे करा बच्चों इसकी कहानियाँ पंचतंत्र की कहानियाँ हैं जी, उन्होंने का पुआधी तर्जमा लिखा होया। जिस तरह के मशहूर कहानियाँ लालची कुत्ता, हाँ जी उसका पुआधी तर्जमा करया होया भी कुत्ता था एक लालची लगी उसनू भुख, फिरे बिलकदा शहर में मिलिया ना कुछ दुख, बुचड़ हाथे माते मिलिया टुकड़ा मास, ठाका टुकड़ा बग लिया गया नहर के पास, पुल पे गया लखन नू देख तले गया थम, पानी में साया देख का जान ना सकिया हम, सांखी उसके मुँह की लैन लिए गया चौंक, मुँह माते मास गिर गया मारी जा उसने भौंक, देखो बगानी टोंच पा अपना लिया गमा, बच्चों करना कदी ना लालच बुरी बला। ਬੱਚਿਓ ਕਰਨਾ ਕਦੀ ਨਾ ਲਾਲਚ ਬੁਰੀ ਬਲਾ। हाँ जी ਵਾਹ ਜੀ ਵਾਹ ਚਰਨਜੀਤ, ਤੁਸੀਂ ਬਹੁਤ ਅੱਛੀ ਤਰ੍ਹਾਂ ਇਸ ਕਵਿਤਾ ਨੂੰ ਬਹੁਤ ਚੰਗੀ ਤਰ੍ਹਾਂ ਕਵਿਤਾ ਨੂੰ ਇੱਕ ਕਹਾਣੀ ਨੂੰ ਕਵਿਤਾ ਦੇ ਰੂਪ 'ਚ ਪੇਸ਼ ਕੀਤਾ ਗਿਆ ਤੇ ਉੱਤੋਂ ਉਸ ਕਹਾਣੀ ਨੂੰ ਪੁਆਧੀ ਭਾਸ਼ਾ ਦੇ ਵਿੱਚ ਪੇਸ਼ ਕਰਨਾ ਬਹੁਤ ਵੱਡੀ ਗੱਲ ਹੈ। ਬਹੁਤ ਤੁਹਾਡਾ ਵੱਡਾ ਉਪਰਾਲਾ ਹੈ ਕਿ ਤੁਸੀਂ ਇੱਕ ਤਾਂ ਕਵਿਤਾਵਾਂ ਨੂੰ ਦੇਖੋ ਬੱਚੇ ਯਾਦ ਕਰਨ ਲਈ ਦਿਲਚਸਪੀ ਨਾਲ ਕਰਦੇ ਨੇ ਤੇ ਉੱਤੋਂ ਤੁਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਆਪਣੀ ਉਪਭਾਸ਼ਾ ਦੇ ਵਿੱਚ ਤਿਆਰ ਕਰਦੇ ਹੋ, ਆਪਣੀ ਉਪਭਾਸ਼ਾ ਦੇ ਵਿੱਚ ਲੈ ਕੇ ਆਉਂਦੇ ਹੋ। ਤੇ ਬਾਈ ਜੀ ਜਦੋਂ ਤੁਸੀਂ ਇਹ ਕਿਤਾਬ ਛਪਵਾ ਲੈਂਦੇ ਹੋ ਉਸ ਤੋਂ ਬਾਅਦ ਤੁਸੀਂ ਇਸ ਕਿਤਾਬ ਨੂੰ ਕਿਸੇ ਸੰਸਥਾ ਕੋਲੇ ਲੈ ਕੇ ਗਏ ਹੋ, ਕਿਸੇ ਅਦਾਰੇ ਕੋਲੇ ਲੈ ਕੇ ਗਏ ਹੋ ਕਿ ਤਾਂ ਕਿ ਤੁਹਾਡੀ ਇਹ ਕਿਤਾਬ ਬੱਚੇ ਪੜ੍ਹ ਵੀ ਸਕਣ, ਜਾਂ ਫਿਰ ਇਹ ਕਿਤਾਬ ਤੁਹਾਡੇ ਹੱਥੋਂ ਛਪ ਕੇ ਤੁਹਾਡੇ ਹੱਥਾਂ 'ਚ ਹੀ ਰਹਿ ਗਈ? नहीं जो किताब प्रकाशक तो बेच देंगे होंगे भी जिथे तक माड़ी मोटी बिकती होगी, पर मैनू तो लगता नहीं भी होर किसी वधिया विद्वान के हत्थों में गई हो, बिल्कुल नहीं गई होनी। अच्छा अदारियां तक मैं कदे पहुँच करी नहीं है, ना मैनू पता भी कित्थे कित्थे अदारे हैं इसके, इतनी भी नॉलेज नहीं है। हाँ जी ਮਤਲਬ ਕਿ ਚਰਨ ਜੀ ਦਾ ਕਹਿਣਾ ਹੈ ਕਿ ਜਦੋਂ ਇਹ ਕਿਤਾਬ ਛਪਵਾ ਲੈਂਦੇ ਨੇ, ਇਹ ਕਿਤਾਬ ਛਪਵਾਉਣ ਤੋਂ ਬਾਅਦ ਜਿਹੜੇ ਪ੍ਰਕਾਸ਼ਕ ਨੇ ਕਿਤਾਬਾਂ ਛਾਪਦੇ ਨੇ
ਉਹਨਾਂ ਤੋਂ ਜਿੱਥੋਂ ਜੇ ਕੋਈ ਖਰੀਦ ਸਕਦਾ ਤਾਂ ਖਰੀਦ ਲਏ। ਤਾਂ ਉਸ ਤੋਂ ਬਾਅਦ ਜਿਹੜੀਆਂ ਕਿਤਾਬਾਂ ਚਰਨਜੀਤ ਨੂੰ ਮਿਲਦੀਆਂ ਨੇ ਉਹ ਚਰਨਜੀਤ ਦੇ ਘਰੇ ਹੀ ਪਈਆਂ ਰਹਿ ਜਾਂਦੀਆਂ ਨੇ। ਕਾਰਨ ਕੀ ਹੈ ਕਿ ਚਰਨਜੀਤ ਕੋਲ ਇੰਨੀ ਆਰਥਿਕ ਮਜ਼ਬੂਤੀ ਨਹੀਂ ਹੈ, ਚਰਨਜੀਤ ਕੋਲ ਆਰਥਿਕ ਇੰਨਾ ਸਟਰੋਂਗ ਨਹੀਂ ਹੈਗੇ ਇਹ ਕਿ ਇਹ ਆਪਣੇ ਆਪ ਨੂੰ, ਆਪਣੇ ਲਿਟਰੇਚਰ ਨੂੰ, ਆਪਣੇ ਲਿਖੀਆਂ ਗਈਆਂ ਰਚਨਾਵਾਂ ਨੂੰ ਕਿਸੇ ਸੰਸਥਾ ਤੱਕ ਲੈ ਜਾ ਸਕਣ। ਅੱਜ ਕੱਲ੍ਹ ਪੈਸੇ ਦੇ ਜ਼ੋਰ 'ਤੇ ਹੀ ਸਭ ਕੁਝ ਕੀਤਾ ਜਾ ਸਕਦਾ ਹੈ। ਜੇਕਰ ਇਹਨਾਂ ਕੋਲੇ ਪੈਸਾ ਹੁੰਦਾ ਤਾਂ ਸ਼ਾਇਦ ਇਹ ਆਪਣੀਆਂ ਕਿਤਾਬਾਂ ਕਿਤੇ ਨਾ ਕਿਤੇ ਜਾ ਕੇ ਆਪ ਵੀ ਵੰਡ ਕੇ ਆ ਸਕਦੇ, ਪਰ ਪੈਸੇ ਦੀ ਕਮੀ ਹੋਣ ਕਰਕੇ ਇਹ ਆਪਣੀਆਂ ਕਿਤਾਬਾਂ ਨੇ ਜਿਹੜੀਆਂ ਉਹ ਕਿਤੇ ਵੰਡ ਕੇ ਵੀ ਨਹੀਂ ਆ ਸਕਦੇ। ਇੱਥੇ ਬਹੁਤ ਵੱਡੀ ਕਮੀ ਅਤੇ ਬਹੁਤ ਵੱਡਾ ਇੱਕ ਦੁੱਖ ਮਹਿਸੂਸ ਹੁੰਦਾ ਹੈ ਕਿ ਜਿੱਥੇ ਚਰਨਜੀਤ ਦੇ ਕੋਲੇ ਇੰਨਾ ਗੁਣ ਹੈ, ਇੰਨੇ ਜ਼ਿਆਦਾ ਚੰਗਾ ਲਿਟਰੇਚਰ ਲਿਖਿਆ ਹੋਇਆ, ਉੱਥੇ ਪੈਸੇ ਦੀ ਕਮੀ ਕਾਰਨ ਇਹ ਇਸ ਲਿਟਰੇਚਰ ਨੂੰ ਲੋਕਾਂ ਤੱਕ ਨਹੀਂ ਪਹੁੰਚਾ ਸਕਦੇ। ਲੋਕਾਂ ਤੱਕ ਵੱਖ-ਵੱਖ ਜਿੱਥੇ ਇਹ ਕਿਤਾਬਾਂ ਅਸਲ 'ਚ ਜਿਨ੍ਹਾਂ ਹੱਥਾਂ 'ਚ ਪਹੁੰਚਣੀਆਂ ਚਾਹੀਦੀਆਂ ਨੇ ਉਹਨਾਂ ਹੱਥਾਂ 'ਚ ਨਹੀਂ ਪਹੁੰਚਾ ਸਕੇ। ਚਰਨਜੀਤ, ਜਿਵੇਂ ਤੁਸੀਂ ਇਹ ਕਿਤਾਬਾਂ ਲਿਖੀਆਂ ਨੇ, ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਹਾਣੀਆਂ ਲਿਖੀਆਂ ਨੇ, ਤੁਸੀਂ ਗਜ਼ਲਾਂ ਵੀ ਲਿਖੀਆਂ ਨੇ, ਤੁਸੀਂ ਨਾਵਲ ਵੀ ਲਿਖੇ ਨੇ, ਇਸ ਤਰ੍ਹਾਂ ਹੋਰ ਕੀ ਤੁਸੀਂ ਹੋਰ ਕਿਸ ਚੀਜ਼ ਦਾ ਸ਼ੌਂਕ ਆ ਕਿ ਤੁਸੀਂ ਇਹਨਾਂ ਤੋਂ ਬਿਨਾਂ, ਕਹਾਣੀਆਂ ਕਿਤਾਬਾਂ ਤੋਂ ਬਿਨਾਂ ਹੋਰ ਵੀ ਕੁਛ ਕਦੇ ਸ਼ੌਂਕ ਪਾਲੇ ਨੇ ਜਿਹੜੇ ਤੁਸੀਂ ਕਿ ਅਲੱਗ, ਜਿਵੇਂ ਪੁਆਧੀ ਭਾਸ਼ਾ 'ਚ ਤੁਸੀਂ ਕਵਿਤਾਵਾਂ ਦੇ ਰੂਪ 'ਚ ਕਹਾਣੀਆਂ ਚੇਂਜ ਕਰਤੀਆਂ, ਕਹਾਣੀਆਂ ਨੂੰ ਕਵਿਤਾਵਾਂ ਦੇ ਰੂਪ 'ਚ ਅਨੁਵਾਦ ਕਰਕੇ ਲਿਖਤਾ, ਤੇ ਇਸ ਤਰ੍ਹਾਂ ਕਿ ਤੁਹਾਡੇ ਹੋਰ ਵੀ ਕੋਈ ਸ਼ੌਂਕ ਰਹੇ ਨੇ ਕਿ ਜਿਹੜੇ ਤੁਸੀਂ ਦੁਨੀਆ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੋਵੇ? ਹੋਰ ਵੀ ਕੋਈ ਸ਼ੌਂਕ ਰੱਖਦਾ ਚਰਨ ਪੁਆਧੀ? ਮੈਂ ਜੀ ਅਖਬਾਰਾਂ ਪਹਿਲਾਂ 7-8 ਲਵਾਈਆਂ ਹੋਈਆਂ ਤੀਆਂ, ਇਹ ਤੋਂ ਮੈਂ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਥੋੜ੍ਹੀਆਂ ਘੱਟ ਕਰੀਆਂ ਹੋਈਆਂ ਨੇ। ਇੱਕ ਵਾਰ ਤੋਂ 18 ਅਖਬਾਰਾਂ ਹੋ ਗਈਆਂ ਤੀ मेरे पास, हिंदी की, पंजाबी की, कुछ अंग्रेजी की, एक उर्दू की भी लगवाई थी। हाँ, मैं थोड़ा जिहा ਤੁਹਾਨੂੰ ਟੋਕਣਾ ਚਾਹੂੰਗਾ ਕਿ ਤੁਸੀਂ ਇੱਕ ਦਿਨ 'ਚ 18 ਅਖਬਾਰ ਮੰਗਵਾਉਂਦੇ ਸੀ? ਹਾਂ, 18 ਅਖਬਾਰਾਂ ਜੀ। ਹਾਂ ਜੀ। ਅੱਛਾ, ਉਹਨਾਂ ਦੇ ਵਿੱਚ ਮੈਂ ਪੜ੍ਹ ਕੇ ਦੇਖਣਾ ਵੀ ਫਲਾਣੇ ਬੰਦੇ ਨੇ ਫਲਾਣੀ ਕਲਾ ਤਿਆਰ ਕਰੀ ਹੋਈ ਆ, ਜਾਂ ਕਿਸੇ ਨੇ ਚਾਕੀਆਂ ਮੂਰਤੀਆਂ ਬਣਾਈਆਂ ਵੀਆਂ ਨੇ, ਮੈਂ ਫਿਰ ਉਹ ਕਤਰਨ ਕੱਟ ਕੇ ਰੱਖ ਲੈਂਦਾ ਸੀਗਾ। ਉਸ ਮਾ ਤਰੀਕਾ ਤੋਂ ਬਤਾਇਆ ਨਹੀਂ ਹੁੰਦਾ ਤਾਂ ਵੀ ਉਸਨੇ ਇਸ ਤਰ੍ਹਾਂ ਬਣਾਈ, ਨਾ ਉਹ ਨਹੀਂ ਬਣਾਇਆ ਹੁੰਦਾ ਤਾਂ ਮੈਂ ਆਪਣੇ ਕੋਲੋਂ ਹੀ ਉਸ ਦੀ ਮੂਰਤੀ ਤਿਆਰ ਕਰ ਦਿੰਦਾ ਸੀ। ਸ਼ਾਮ ਨੂੰ 1-2 ਮੂਰਤੀਆਂ ਤਿਆਰ ਕਰੇ ਦਿੰਦਾ ਸੀਗਾ। ਇਸ ਤਰ੍ਹਾਂ ਹੀ ਕਿਸੇ ਨੇ ਬੋਤਲਾਂ ਦੇ ਵਿੱਚ ਲਿਖਿਆ ਤਾਂ ਮੈਂ ਵੀ ਬੋਤਲਾਂ ਦੇ ਵਿੱਚ, ਵੀ ਜੇ ਅਗਲਾ ਕੰਮ ਕਰ ਸਕਦਾ ਮੈਂ ਵੀ ਕਰ ਸਕਦਾ। ਇੱਕ ਵਾਰ ਇੱਕ ਮਧੂਬਨ ਦੇ ਵਿੱਚ ਕੋਈ ਪੁਲਿਸ ਦਾ ਮੁਲਾਜ਼ਮ ਆਇਆ, ਉਹ ਨਿੰਮ ਦੇ ਪੱਤੇ ਦੇ ਵਿੱਚ ਦੀ ਨਾ ਪੈਪਸੀ ਦੀ ਬੋਤਲ ਕੱਢ ਦਿੰਦਾ ਸੀਗਾ। ਮੈਂ ਪੜ੍ਹਿਆ, ਰੋਟੀ ਮੇਰੀ ਆਈ ਪਈ ਸੀਗੀ, ਮੈਂ ਪਹਿਲਾਂ ਨਿੰਮ ਦੇ ਪੱਤੇ ਮੰਗਾ ਲਏ। ਨਿੰਮ ਦੇ ਪੱਤੇ ਮੰਗਾ ਕੇ ਉਹਨਾਂ ਨੂੰ ਜਿਉਂ ਕੱਟਣ ਲੱਗਿਆ, ਜਦ ਕੱਟਿਆ ਕਰਾਂ ਤੜਕ ਦੇਣੇ ਟੁੱਟ ਜਾ ਕਰਨਾ, ਜਾਂ ਕੱਟਿਆ ਕਰਾਂ ਤੜਕ ਦੇਣੇ ਟੁੱਟ ਜਾ ਕਰਨਾ, ਉਹ ਬਣੀ ਨਾ ਗੱਲ। ਫਿਰ ਹੌਲੀ ਹੌਲੀ ਉਹ ਨਰਮ ਪੈਂਦੇ ਗਏ, ਨਰਮ ਪੈ ਕੇ ਫਿਰ ਮੈਂ ਉਹਨੂੰ ਕੱਟਣਾ ਸ਼ੁਰੂ ਕਰਿਆ। ਕੱਟ ਕੇ ਮੈਂ ਦੁਪਹਿਰ ਦੇ ਟਾਈਮ ਨੂੰ ਪੈਪਸੀ ਦੀ ਬੋਤਲ ਨਿੰਮ ਦੇ ਪੱਤੇ ਦੇ ਵਿੱਚ ਦੀ ਲਿਖਾਤੀ ਸੀ, ਬਾਅਦ 'ਚ ਰੋਟੀ ਖਾਧੀ ਹੈ ਫਿਰ ਮੈਂ। ਵਾਹ ਜੀ ਵਾਹ! ਦੇਖੋ ਚਰਨਜੀਤ ਦੇ ਅੰਦਰ ਕਿੰਨਾ ਜਨੂਨ ਹੈ ਕਿਸੇ ਕਲਾ ਨੂੰ ਲੈ ਕੇ, ਜਾਂ ਫਿਰ ਕਿਸੇ ਗੱਲ ਨੂੰ ਲੈ ਕੇ ਕਿੰਨਾ ਜਨੂਨ ਹੈ ਕਿ ਜੇ ਕੋਈ ਹੋਰ ਦੂਜਾ ਬੰਦਾ ਕਰ ਸਕਦਾ ਤਾਂ ਮੈਂ ਕਿਉਂ ਨਹੀਂ। ਸਤਿੰਦਰ ਸਰਤਾਜ ਜੀ ਦਾ ਗਾਣਾ ਸੀ, ਬੰਦੇ ਦੇ ਹੱਥਾਂ ਵਰਗਾ ਦੂਜਾ ਔਜ਼ਾਰ ਨਹੀਂ ਬਣਿਆ। ਗੱਲ ਵੀ ਸੱਚੀ ਹੈ, ਕਿਉਂਕਿ ਇਹੀ ਗੱਲ ਨੂੰ ਸਮਝ ਕੇ, ਸੋਚ ਕੇ ਜੇ ਚਰਨਜੀਤ ਨੇ ਕਦਮ ਚੱਕਿਆ, ਉਦਮ ਕੀਤਾ ਕਿ ਜੇ ਕੋਈ ਹੋਰ ਕਰ ਸਕਦਾ ਤਾਂ ਮੈਂ ਕਿਉਂ ਨਹੀਂ ਕਰ ਸਕਦਾ। ਤੇ ਇਹ ਚਰਨਜੀਤ ਨੇ ਸੱਚੀ ਕਰਕੇ ਵੀ ਦਿਖਾਤੀ ਗੱਲ ਕਿ ਕਹਿੰਦੇ ਵੀ ਜੇ ਨਿੰਮ ਦੇ ਪੱਤੇ ਨੂੰ ਰੋਟੀ ਖਾਣ ਤੋਂ ਪਹਿਲਾਂ ਇਹ ਲੱਗੇ ਸੀ ਇੱਕ ਵਾਰੀ ਉਹਦੇ ਵਿੱਚੋਂ ਬੋਤਲ ਕੱਢਣ, ਤੇ ਇਹ ਉਦੋਂ ਹੀ ਰੋਟੀ ਖਾਧੀ ਜਦੋਂ ਤੱਕ ਦੁਪਹਿਰ ਤੱਕ ਇਹ ਨਿੰਮ ਦੇ ਪੱਤੇ ਵਿੱਚੋਂ ਬੋਤਲ ਨਹੀਂ ਲੰਘਾ ਸਕੇ। ਪੈਪਸੀ ਦੀ ਬੋਤਲ ਸੀਗੀ ਇਹ, ਪੈਪਸੀ ਦੀ ਬੋਤਲ 2 ਲੀਟਰ ਵਾਲੀ ਬੋਤਲ? 2 ਲੀਟਰ ਵਾਲੀ ਬੋਤਲ ਸੀਗੀ ਜੀ। ਹਾਂਜੀ। ਵਾਹ ਜੀ ਵਾਹ, ਕਿੰਨੀ ਵੱਡੀ ਗੱਲ ਹੈ। ਇਹ ਵੀ ਇੱਕ ਰਿਕਾਰਡ ਬਣਾਉਣ ਵਾਲੀ ਗੱਲ ਹੈ। ਤੇ ਹੋਰ ਚਰਨਜੀਤ, ਤੁਸੀਂ ਉਸ ਤੋਂ ਬਿਨਾਂ ਹੋਰ ਕੀ ਕੁਛ ਬਣਾਇਆ? ਜਿਵੇਂ ਤੁਸੀਂ ਹੁਣੀ ਜ਼ਿਕਰ ਕੀਤਾ ਕਿ ਤੁਸੀਂ ਚਾਕ ਤਰਾਸ਼ ਕੇ ਮੂਰਤੀਆਂ ਬਣਾਈਆਂ ਨੇ, ਐਦਾਂ ਹੋਰ ਕੀ ਕੁਛ ਕੀਤਾ ਤੁਸੀਂ ਅਖਬਾਰ ਵਗੈਰਾ? ਹਾਂ ਜੀ, ਇੱਕ ਮੂੰਹ ਦੇਖਣ ਵਾਲਾ ਸੀਸਾ ਹੁੰਦਾ ਜੀ। ਹਾਂਜੀ। ਮੂੰਹ ਦੇਖਣ ਵਾਲੇ ਸੀਸੇ ਨੂੰ ਪਿੱਛੋਂ ਤਰਾਸ਼ ਕੇ ਨਾ ਗੁਰੂ ਗੋਬਿੰਦ ਸਿੰਘ ਦੀ ਤਸਵੀਰ ਬਣਾਈ। ਵਾਹ! ਉਹ ਵੀ ਮੈਂ ਅਖਬਾਰ ਦੇ ਵਿੱਚ ਹੀ ਪੜ੍ਹਿਆ ਤਾਂ। ਫਿਰ ਸਿੱਕੇ ਇਕੱਠੇ ਕਰਨ ਦਾ ਬਹੁਤ ਪੁਰਾਣਾ ਸ਼ੌਂਕ ਆ ਮੇਰਾ, ਘੱਟੋ ਘੱਟ 15-20 ਸਾਲ ਪੁਰਾਣਾ। इब तक मैं घट्टो घट्ट मेरे हाल 30-40 देशों के इकट्ठे करे हुए हैं। पुराने भी सिक्के है मेरे को, देश के सिक्के हैं, आना दुआना तमड़ी दमड़ी तेला ठमासी ऐसे करके इकट्ठे करे हुए हैं थी। हाँ जी,
ਅੱਛਾ ਸਿੱਕੇ ਇਕੱਠੇ ਕਰੇ ਹੋਏ ਆ, ਡਾਕ ਟਿਕਟਾਂ ਇਕੱਠੀਆਂ ਕਰੀਆਂ ਹੋਈਆਂ, ਬੋਤਲਾਂ ਕੇ ਵਿੱਚ ਲਿਖਣ ਦਾ ਕੰਮ ਕਰਿਆ ਹੋਇਆ ਜੀ। ਐਸੇ ਮੇਰੇ ਸ਼ੌਂਕ ਆ ਕੁਛ। ਹਾਂਜੀ ਮਤਲਬ ਕਿ ਚਰਨਜੀਤ ਜੀ ਕੋਲੇ ਇੰਨਾ ਕੁਛ ਸਾਂਭਿਆ ਪਿਆ, ਪੁਰਾਣੀਆਂ ਟਿਕਟਾਂ, ਡਾਕ ਟਿਕਟਾਂ ਤੇ ਅਖਬਾਰ, ਜਿਸ ਤਰ੍ਹਾਂ ਕਿ ਇਹਨਾਂ ਨੇ ਜ਼ਿਕਰ ਕੀਤਾ ਕਿ ਸਿੱਕੇ ਇਕੱਠੇ ਕੀਤੇ ਪਏ ਨੇ। ਤੁਹਾਡੇ ਕੋਲੇ ਇੰਨਾ ਮਟੀਰੀਅਲ ਸਾਂਭਿਆ ਪਿਆ ਵੀ ਇੱਕ ਚੰਗਾ ਭਲਾ ਅਜਾਇਬ ਘਰ ਬਣ ਸਕਦਾ। ਅਜਾਇਬ ਘਰ ਬਣ ਸਕਦਾ ਜੀ। ਹਾਂ ਹਾਂਜੀ ਹਾਂਜੀ ਬਣ ਸਕਦਾ ਜੀ। ਪਰ ਉਹਨੂੰ ਅਜਾਇਬ ਘਰ ਬਣਾਈਏ ਕਿਸ ਤਰ੍ਹਾਂ? ਘਰ ਤਾਂ ਮੇਰੇ ਢੱਠੇ ਪਏ ਆ, ਛੱਤ ਉਹਨਾਂ ਪਰ ਹੈ ਨਹੀਂ, ਪਾਉਣ ਕੀ ਮੇਰੇ ਮਾਂ ਪਰੋਖੋ ਨਹੀਂ ਹੈ। ਸਾਰਾ ਸਮਾਨ ਚੱਕ ਕੇ ਮੈਂ ਦੁਕਾਨ ਮਾ ਸੁੱਟ ਰੱਖਿਆ ਜੀ। ਉਰਾ ਖੁੰਜਿਆ ਮਾਂ ਕਿਤੇ ਜੋ ਕਿਤਾਬਾਂ ਲਾ ਰੱਖੀਆਂ ਨੇ, ਪਰ ਉਹ ਅਖਬਾਰ ਲਾਏ ਵੇ ਆ, ਕਿਤੇ ਉਹ ਡੱਬੀਆਂ ਲਾ ਰੱਖੀਆਂ ਨੇ, ਸਮਝ ਜੋ ਸਿੱਖਾਂ ਗਈਆਂ ਨੇ। ਇਸ ਤਰ੍ਹਾਂ ਕਰਕੇ ਉਰੀ ਠੂਸ ਰੱਖਿਆ ਸਾਰਾ। ਚਰਨ ਜੀ ਨੇ ਇੰਨੀਆਂ ਸਾਰੀਆਂ ਕਿਤਾਬਾਂ, ਇੰਨਾ ਸਾਰਾ ਲਿਟਰੇਚਰ ਲਿਖਿਆ। ਜੇਕਰ ਇਹ ਕਿਸੇ ਸੰਸਥਾ ਕੋਲੇ ਜਾਂਦੇ ਨੇ ਜਾਂ ਫਿਰ ਜੇ ਕਿਸੇ ਪ੍ਰਕਾਸ਼ਕ ਕੋਲੇ ਜਾਂਦੇ ਨੇ, ਉਹ ਪ੍ਰਕਾਸ਼ਕ ਪੰਜਾਬੀ ਦੇ ਇਸ ਉਪਭਾਸ਼ਾ ਪੁਆਧੀ ਨੂੰ ਭਾਸ਼ਾ ਮੰਨਣ ਤੋਂ ਹੀ ਇਨਕਾਰ ਕਰ ਦਿੰਦਾ ਹੈ। ਤੇ ਆਰਥਿਕ ਤੰਗੀਆਂ ਦੇ ਕਰਕੇ ਚਰਨ ਕੋਲ ਇੰਨੀ ਪਰੋਖੋ ਨਹੀਂ ਬਣਦੀ ਕਿ ਇਹ ਆਪਣੇ ਪੈਸੇ ਦੇ ਜ਼ੋਰ 'ਤੇ ਆਪਣੀਆਂ ਕਿਤਾਬਾਂ ਨੂੰ ਛਪਾ ਸਕਣ। ਹਾਂਜੀ ਇਸ ਗੱਲ ਨੂੰ ਕਿੰਨਾ ਕੁ ਮਹਿਸੂਸ ਕਰਦੇ ਹੋ ਤੁਸੀਂ ਕਿ ਸਾਡੀ ਜਿਹੜੀ ਭਾਸ਼ਾ ਆ ਉਹਨੂੰ ਇਗਨੋਰ ਕੀਤਾ ਜਾਂਦਾ, ਉਸ ਭਾਸ਼ਾ ਨੂੰ, ਜਿਹੜੀ ਪੁਆਧੀ ਭਾਸ਼ਾ ਆ, ਉਸ ਭਾਸ਼ਾ ਨੂੰ ਬਣਦਾ ਦਰਜਾ ਨਹੀਂ ਮਿਲਦਾ? ਤੇ ਉੱਤੋਂ ਜਿਹੜੀਆਂ ਸਰਕਾਰਾਂ ਜਾਂ ਫਿਰ ਜਿਹੜੀਆਂ ਸੰਸਥਾਵਾਂ ਨੇ, ਕੀ ਕਦੇ ਤੁਹਾਡੀ ਕਿਸੇ ਸੰਸਥਾ ਨੇ ਬਾਂਹ ਫੜੀ ਹੈ, ਕਿਸੇ ਸੰਸਥਾ ਨੇ ਤੁਹਾਨੂੰ ਉੱਪਰ ਆਉਣ ਲਈ ਤੁਹਾਡੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ? नहीं हाले तक तो किसी संस्था ने इतना समझ कोई सहयोग दिया नहीं हैगा। छोटे छोटे चैनलों ने काफ़ी सारे ने भी समझ, जिस तरह अपने वाला चैनल हो गया या होर कई चैनल ने, उन्होंने तो अपनी वीडियो तैयार करी भी है इस माँ पुआधी भाषा में। होर कोई बड़ी संस्था ने किसी ने सहयोग नहीं दिया हैगा इसनूं। हाँ जी, वो इक्का दुक्का कदी साल 2 साल बाद पुआधी पंजाबी यूनिवर्सिटी वाले प्रोग्राम करा देंगे इसका पुआधी का जी। हाँ जी हाँ जी, एक कविता मेरी लिखी हुई है, गाँव का कोरा सच। ठीक है। हाँ जी, कविता तो मैं लिखा पर जुत्तियां थों खड़ा कर ले। हाँ हाँ जी, क्योंकि सच लिखे बगैर रहा नहीं जाता हैगा। फिर अगले कहा जब जो के करे तने गाम की पट्टी मेज कर दी तेन तो। हाँ जी, उसके बारे में एक कविता लिखी भी आ भी, कोरा सच लकोमा क्यों, अपना गाँव भगोमा क्यों, झूठे पोचे मारा क्यों, सच बोलदा हारा क्यों, गाँव मां निरियो खोले आ, अद्धे गाँव के बोले आ, जमियों बेसहूरे आ, छप्पड़ टोबे पूरे आ, जिस डाणी पा बैठ जहाँ उसे नूं ही वड्ड ले हाँ, कपड़े लाहाँ हर कोई लड़ना चावा बई, पिटदा जो छटबावा बई, कपड़े लाहाँ मुर्दे के, गल पै जहाँ तुरदे के, जो मुँह आया फुट जहाँ हर किसी ते कुट जहाँ, दावत लुट्टां लेखियां की जिमें कदी कुछ देखिया नहीं, अपनी जात दिखावा बई, बुड़के मारन आवा बई, गलियां के विच रोकां ने भुख दिखाई लोकां ने, बेबातों फसाद करां पानी नूं बर्बाद करां, मक्खी मच्छर खाइयां मां लावां जोर दबाइयां मां, मेरे गाँव की शोभा है जो सड़क पर टोबा है, रूड़ियां की दीवार हुआ ऊपर निरा हगार हुआ, थों थों मिट्ट खंडिया रखां गिला पीना पा रखां, जो किचड़ मां फसदे आ निरियो गालां बकदे आ, हर थों बिखरे रोड़े आ कईयां के हड तोड़े आ, कई पुरातन थावां ने भुगतन जिमें सजावां ने, जो किले अल झाका बई दुर फिटे मूँह आखा बई, चरण कदी लिख पढ़ लिहा जुत्तियां नूं थों कर लिहा, जुत्तियां नूं थों कर लिहा। ਵਾਹ ਜੀ ਵਾਹ ਚਰਨ ਜੀ, ਜਿਹੜੀ ਤੁਸੀਂ ਐਂਡ ਦੇ ਵਿੱਚ ਗੱਲ ਕਹੀ ਹੈ, ਅਸਲ ਦੇ ਵਿੱਚ ਇਹ ਹਾਸੇ ਠੱਟੇ 'ਚ ਤੁਸੀਂ ਬੇਸ਼ੱਕ ਲਿਖ ਦਿੱਤੀ ਹੋਵੇ, ਪਰ ਜਿੰਨਾ ਤੁਹਾਡੇ ਕੋਲੇ ਗੁਣ ਨੇ, ਜਿੰਨੀ ਤੁਹਾਡੇ ਕੋਲੇ हाँ जी, ਅਸਲ ਦੇ ਵਿੱਚ ਕਲਾ ਹੈ, ਮੈਨੂੰ ਲੱਗਦਾ ਕਿ ਤੁਹਾਡੇ ਪਿੰਡ ਦੇ ਤਾਂ ਪਿੰਡ ਦੇ ਕਿ ਆਲੇ ਦੁਆਲੇ ਪਿੰਡਾਂ 'ਚ ਵੀ ਤੁਹਾਡੀ ਸ਼ੋਭਾ ਬਹੁਤ ਹੋਣੀ ਹੈ, ਤੁਹਾਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਹੋਣੇ ਆ ਜੀ। नहीं 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 जी, बिल्कुल नहीं, पिंड दे नहीं जानते जी, ऊँ जानते सारे ने जी, पर पछाण दा कोई नहीं है जी। हाँ जी, पिंड दे विच जी। ਚਰਨ ਜੀ ਨੇ ਬਹੁਤ ਵੱਡੀ ਗੱਲ ਆਖੀ ਹੈ ਕਿ ਪਿੰਡ 'ਚ ਜਾਣਦੇ ਸਾਰੇ ਨੇ ਪਰ ਪਹਿਚਾਣਦੇ ਕੋਈ ਨਹੀਂ। ਪਹਿਚਾਣ ਦਾ ਮਤਲਬ ਹੈ ਚਰਨ ਜੀ ਦਾ ਕਿ ਅਸਲ ਦੇ ਵਿੱਚ ਜਿਹੜੀ ਪਹਿਚਾਣ ਹੁੰਦੀ ਹੈ ਬੰਦੇ ਦੀ, ਜਿਹੜੀ ਇਹਨਾਂ ਦੀ ਕਲਾ ਆ, ਉਹਦਾ ਪਿੰਡ 'ਚ ਮੁੱਲ ਨਹੀਂ ਪਾਉਂਦੇ। ਉਹੀ ਗੱਲ ਹੋ ਗਈ ਕਿ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ। सही बात है जी। हाँ जी,
ਪਰ ਜਿਹੜੇ ਚਰਨਜੀਤ ਜੀ ਨੇ ਇਹਨਾਂ ਦੀ ਬਾਹਰ ਜਾ ਕੇ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਇੰਨੀ ਜ਼ਿਆਦਾ ਇਹਨਾਂ ਦੀ ਇੱਜ਼ਤ ਕਰਦੇ ਨੇ, ਪ੍ਰੋਫੈਸਰ ਟੀਚਰ ਇੰਨੀ ਜ਼ਿਆਦਾ ਇੱਜ਼ਤ ਕਰਦੇ ਨੇ ਕਿ ਇਹਨਾਂ ਦੇ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਪ੍ਰੋਗਰਾਮ ਕਰਾਏ ਜਾਂਦੇ ਨੇ। ਤੁਸੀਂ YouTube ਤੇ ਜਾਂ Facebook ਤੇ ਵੱਖ-ਵੱਖ ਚੈਨਲਾਂ ਤੇ ਜ਼ਰੂਰ ਦੇਖਿਆ ਹੋਊਗਾ ਚਰਨਜੀਤ ਦੇ ਮਾਰੇ ਪਿੰਡ ਦੀਆਂ ਬੁੜੀਆਂ ਬੜੀਆਂ ਜਿਹੜੀ ਇਹਨਾਂ ਨੇ ਕਵਿਤਾ ਸੁਣਾਈ ਸੀ, ਉਹ ਬਹੁਤ ਜ਼ਿਆਦਾ ਲੋਕਾਂ ਨੇ ਸੁਣੀ ਤੇ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਵੀ ਕੀਤੀ। ਮੈਂ ਪੁਆਧੀ ਦੋੜੇ ਲਿਖੇ ਵੀ ਆ, ਜਿਸ ਤਰ੍ਹਾਂ ਲਿਖਿਆ ਹੋਇਆ, ਮਾँ बाप की सेवा बिना चैन मिला ना बिंद, चाहे पोहोए जाका लाख भरा लो पिंड, किसी भरोसा छोड़िए कदे ना अपना हक, मुड़का नहीं हथ आमदा जिमें कुएं का चक, संग बुरा दगे बाज का बुरी इना की जात, दगा किसी का सगा ना कहाँ सियाने बात, हमला मार का ठीहे को छेरा बगया जा, जिक्र घरा ते चलिए लोग बता दे हाँ राह, देना किसी का ना होए पाओ रेक नू मात, रोटी चोपड़ी खा का करो करारी बात, बिन पैसे ना किसी का भाई भैन सकैर, पकदी मां सब अपने भूख मरी मां गैर। इस तरह करके पुआधी ਦੋੜੇ ਲਿਖੀ ਵੀ ਆ। ਸਹੀ ਗੱਲ ਹੈ ਜੀ। ਰੋਟੀ ਜਦੋਂ ਬੰਦੇ ਦੇ ਪੱਕਦੀ ਹੁੰਦੀ ਹੈ ਉਦੋਂ ਸਾਰੇ ਆਪਣਾ ਆਪਣੇ ਕਹਿੰਦੇ ਨੇ, ਤੇ ਜਦੋਂ ਬੰਦੇ ਦੇ ਮਾੜਾ ਟਾਈਮ ਆ ਜਾਂਦਾ, ਗਰੀਬੀ ਆ ਜਾਂਦੀ ਹੈ, ਉਦੋਂ ਕੋਈ ਕੋਲ ਨਹੀਂ ਖੜਦਾ। ਹਾਂਜੀ। ਤੇ ਚਰਨਜੀਤ, ਜਿਵੇਂ ਤੁਸੀਂ ਇਹ ਕਵਿਤਾਵਾਂ ਗਜ਼ਲਾਂ ਲਿਖੀਆਂ ਨੇ, ਕਿ ਤੁਸੀਂ ਕਹਿੰਦੇ ਹੋ ਕਿ ਜਿਵੇਂ ਤੁਸੀਂ ਦੋੜੇ ਵੀ ਲਿਖੇ ਹੋਏ ਨੇ, ਕੁਝ ਦੋੜੇ ਜ਼ਰੂਰ ਸਾਨੂੰ ਸੁਣਾਓ ਜੀ, ਜਿਹੜੇ ਕਿ ਅਸੀਂ ਚੰਗੇ ਜਵਾਕਾਂ ਨੂੰ ਸਿੱਖਿਆ ਦੇਣ ਜਾਂ ਕੁਝ ਵੀ। हाँ जी, दौड़े तो ਵਾਲੇ ਜ਼ਰੂਰ ਹੋਣ। हाँ, दौड़े तो मैंने सुना दिए। इवन मैं मिनी कहानी सुनावा। ठीक है जी। हाँ जी, हाँ जी। मिनी कहानियाँ एहसान, भी किसी का खाका एहसान मानना चाहिए। ऐसे भी लोग हैं, कई किसी का खाका एहसान नहीं मानते, उन्होंने फ़र्क बताया गया। और हैगा बाबू गंगा प्रसाद अपनी टाटा 407 गड्डी लेकर पेंटर अशोकबा की दुकान पर पहुंचा। गड्डी माते उतरद्या सारो गड्डी के टूल अल उंगल सिंधिया कहा, अरे बबुआ हियाँ हमारे बच्चों का नाम लिखी दो। का नाम है तुम्हारे बच्चे उनका? पेंटर अशोकबा ने रंगर बुरश संभालद्या कहा, अरे जही बस सुखमणी और स्मित की गाड़ी, इंग्लिश में लिख दूँ का? अरे मार गोली इंग्लिश बिंग्लिश को पंजाबी में लिखी दो, जिनकी बदौलत हम ई गाड़ी के मालिक बने हैं। वाह। हाँ जी। बाबू गंगा प्रसाद ने पान की पीक बखेरद्या कहा, इतना ऐसा पंजाबी में लिखी दियो, जिनकी बदौलत हम इस गाड़ी के मालिक बने हैं। वाह जी, कितनी वड्डी गल कही है बाई जी ने। छोटी जी एक कहानी दे राਹੀਂ कि पंजाबी भाषा ਨੂੰ ਪਿਆਰ ਕੀਤਾ, ਇੱਕ ਬਿਹਾਰ ਤੋਂ ਪਹੁੰਚੇ ਹੋਏ ਮਜ਼ਦੂਰ ਨੇ ਵੀ ਇੰਨਾ ਪਿਆਰ ਦਿੱਤਾ, ਕਿਉਂਕਿ ਉਹ ਕਹਿੰਦਾ ਵੀ ਜੇ ਮੈਂ ਪੰਜਾਬ 'ਚ ਆਇਆ, ਪੰਜਾਬੀ ਭਾਸ਼ਾ ਨਾਲ ਜੁੜਿਆ, ਤਾਂ ਮੈਨੂੰ ਇਹ ਅੱਜ ਗੱਡੀ ਮਿਲੀ ਹੈ। ਤੇ ਇਸੇ ਕਰਕੇ ਉਹ ਆਪਣੇ ਬੱਚਿਆਂ ਦੇ ਨਾਮ ਇੰਗਲਿਸ਼ 'ਚ ਲਿਖਾਉਣ ਦੀ ਬਜਾਏ ਪੰਜਾਬੀ 'ਚ ਲਿਖਾਉਂਦਾ ਹੈ। ਚਰਨਜੀਤ, ਤੁਹਾਡਾ ਵੀ ਪੰਜਾਬੀ ਨਾਲ ਇੰਨਾ ਹੀ ਪਿਆਰ ਹੈ ਤੇ ਤੁਹਾਡੀ ਮਾਤ ਭਾਸ਼ਾ ਨਾਲ ਇੰਨਾ ਜ਼ਿਆਦਾ ਪਿਆਰ ਹੈ। ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਇਹਨਾਂ ਨੂੰ ਜ਼ਰੂਰਤ ਹੈ ਉਸ ਚੀਜ਼ ਦੀ, ਕਿਉਂਕਿ ਇਹਨਾਂ ਦੇ ਵਿੱਚ ਜਿੰਨੇ ਗੁਣ ਨੇ ਇਹਨਾਂ ਨੇ ਸਾਂਭੇ ਹੋਏ ਨੇ, ਤੇ ਉਸ ਦੇ ਬਾਵਜੂਦ ਵੀ ਇਹ ਅੱਜ ਆਰਥਿਕ ਤੰਗੀਆਂ ਦਾ ਸਾਹਮਣਾ ਕਰ ਰਹੇ ਨੇ। ਇਹਨਾਂ ਨੇ ਜਿਵੇਂ ਕਿ ਆਪਣੀਆਂ ਗੱਲਾਂ 'ਚ ਇੰਟਰਵਿਊ ਦੇ ਦੌਰਾਨ ਦੱਸਿਆ ਹੀ ਹੈ ਕਿ ਘਰ ਦੇ ਬੂਹੇ ਬਾਰੀਆਂ ਵੀ ਚੰਗੀ ਤਰ੍ਹਾਂ ਨਹੀਂ ਲੱਗੇ ਹੋਏ, ਛੱਤਾਂ ਢਹੀਆਂ ਹੋਈਆਂ ਨੇ ਘਰ ਦੀਆਂ, ਜਿਸ ਦੇ ਕਾਰਨ ਇਹ ਆਪਣਾ ਸ਼ੌਂਕ ਦਾ ਸਮਾਨ ਹੈ ਜਿਹੜਾ ਉਹ ਆਪਣੇ ਵੇਚਣ ਵਾਲੇ ਦੁਕਾਨ ਦੇ ਸਮਾਨ ਦੇ ਵਿੱਚ ਰੱਖਣਾ ਪੈਂਦਾ ਇਹਨਾਂ ਨੂੰ। ਸ਼ਾਇਦ ਕਿਤੇ ਨਾ ਕਿਤੇ ਉਹ ਸਮਾਨ ਪਿਆ ਖਰਾਬ ਵੀ ਨਾ ਹੋ ਗਿਆ ਹੋਵੇ, ਕਿਉਂਕਿ ਸਿਉਂਕ ਖਾ ਜਾਂਦੀ ਹੈ ਕਈ ਵਾਰ ਲੱਕੜਾਂ ਨੂੰ, ਤੇ ਨਾਲ ਨਾਲ ਅਖਬਾਰ ਵੀ ਖਰਾਬ ਕਰ ਦਿੰਦੀ ਹੈ। ਜਿਹੜੇ ਬਾਈ ਜੀ ਨੇ ਸਾਂਭੇ ਹੋਏ ਨੇ, ਟਿਕਟਾਂ ਸਾਂਭੀਆਂ ਹੋਈਆਂ ਨੇ, ਚੂਹੇ ਕੁੱਤਰ ਦਿੰਦੇ ਨੇ ਅਖਬਾਰਾਂ ਨੂੰ। ਇਸੇ ਤਰ੍ਹਾਂ ਬਾਈ ਜੀ ਦਾ ਸਾਂਭਿਆ ਹੋਇਆ ਹੋਰ ਵੀ ਸਮਾਨ ਹੈ ਜਿਹੜਾ ਕਿ ਉਹ ਕਿਤੇ ਸਮਿਆਂ ਦੀ ਭੇਟ ਨਾ ਚੜ੍ਹ ਜਾਵੇ। ਇਸ ਲਈ ਅਸੀਂ ਆਪਣੇ ਟੀਮ ਵੱਲੋਂ, ਘੁਮਾਣ ਰੇਡੀਓ ਟੀਮ ਵੱਲੋਂ ਬੇਨਤੀ ਕਰਦੇ ਹਾਂ ਦਰਸ਼ਕਾਂ ਨੂੰ ਕਿ ਜੇ ਕਿਸੇ ਤੋਂ ਮਦਦ ਹੋ ਸਕਦੀ ਹੈ ਤਾਂ ਬਾਈ ਦੀ ਇੰਨੀ ਕੁ ਮਦਦ ਜ਼ਰੂਰ ਕੀਤੀ ਜਾ ਸਕੇ, ਇੰਨੀ ਕੁ ਮਦਦ ਜ਼ਰੂਰ ਕੀਤੀ ਜਾਵੇ ਕਿ ਬਾਈ ਜੀ ਆਪਣਾ ਸ਼ੌਂਕ ਦੇ ਜਿਹੜੇ ਸਮਾਨ ਸਾਂਭੇ ਨੇ, ਬਾਈ ਨੇ ਜਿਹੜਾ ਲਿਟਰੇਚਰ ਲਿਖਿਆ ਉਹ ਅਸਲ ਹੱਥਾਂ ਵਿੱਚ ਪਹੁੰਚ ਸਕੇ, ਜਾਂ ਫਿਰ ਬਾਈ ਜੀ ਨੇ ਜਿਹੜਾ ਕੁਛ ਆਪਣੇ ਸ਼ੌਂਕ ਨਾਲ ਬਣਾਇਆ, ਜੋ ਕੁਝ ਮੂਰਤੀਆਂ ਤਰਾਸ਼ੀਆਂ ਨੇ, ਜਾਂ ਫਿਰ ਜਿਹੜਾ ਕੁਛ ਬੋਤਲਾਂ ਦੇ ਵਿੱਚ ਬਾਈ ਜੀ ਨੇ ਕਹਿੰਦੇ ਨੇ ਵੀ ਇਹ ਕਵਿਤਾਵਾਂ ਲਿਖੀਆਂ ਹੋਈਆਂ ਨੇ ਬੁਰਸ਼ ਦੇ ਨਾਲ, ਅੰਦਰ ਬੋਤਲਾਂ ਦੇ ਬੁਰਸ਼ ਪਾ ਕੇ, ਤੇ ਹੋਰ ਬਹੁਤ ਸਾਰਾ ਕੁਛ ਹੈ ਜੋ ਕਿ ਅਸੀਂ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ, ਇਸ ਇੰਟਰਵਿਊ ਦੇ ਅਗਲੇ ਐਪੀਸੋਡ ਦੇ ਵਿੱਚ ਦਿਖਾਵਾਂਗੇ। ਤੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਅਸੀਂ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ।